ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। कोविड-19 यानी कि कोरोना वायरस के फैलाव ਨੂੰ ਦੇਖਦੇ ਹੋਏ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਲਾਕਡਾਊਨ ਕੀਤਾ ਗਿਆ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਕਰਫਿਊ ਲਗਾਇਆ ਗਿਆ। ਜੇਕਰ ਗੱਲ ਕਰੀਏ ਤਾਂ ਇਸ ਲਾਕਡਾਊਨ ਨੂੰ ਲਗਭਗ 2 ਮਹੀਨੇ ਹੋਣ ਨੂੰ ਆ ਗਏ ਨੇ ਤੇ ਹੁਣ ਇਸ ਲਾਕਡਾਊਨ ਦਾ ਜਿਹੜਾ ਤੀਜਾ ਫੇਜ਼ ਹੈ ਉਹ ਵੀ ਖਤਮ ਹੋਣ ਨੂੰ ਆ ਗਿਆ। ਜਿਹੜਾ 17 ਮਈ ਤੱਕ ਦਾ ਫੇਜ਼ ਆ ਉਹ ਵੀ ਹੁਣ ਖਤਮ ਹੋਣ ਦੇ ਲਾਗੇ ਤੇ ਹੈ। ਤੇ ਨਾਲ ਹੀ ਨਾਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਚੌਥੇ ਫੇਜ਼ ਦੀ ਵੀ ਅਨਾਉਂਸਮੈਂਟ ਆਲਰੇਡੀ ਕਰ ਦਿੱਤੀ ਹੋਈ ਹੈ। ਤੇ ਇਸ ਲਾਕਡਾਊਨ ਦੇ ਦੌਰਾਨ ਜਾਂ ਪੰਜਾਬ 'ਚ ਲੱਗੇ ਇਸ ਕਰਫਿਊ ਦੇ ਦੌਰਾਨ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਅਜਿਹੀ ਇੰਡਸਟਰੀ ਹੈ ਜਿਸ ਨੂੰ ਕਿ ਕਾਫੀ ਹੱਦ ਤੱਕ ਜਿਹੜਾ ਨੁਕਸਾਨ ਝੇਲਣਾ ਪਿਆ ਤੇ ਉਹ ਇੰਡਸਟਰੀ ਹੈ ਮੋਬਾਈਲ ਫੋਨਸ ਦੀ, ਸਮਾਰਟਫੋਨਸ ਦੀ ਇੰਡਸਟਰੀ। ਤੇ ਇਸ ਇੰਡਸਟਰੀ ਦੀ ਜੇਕਰ ਆਪਾਂ ਗੱਲ ਕਰੀਏ ਕਿਉਂਕਿ ਮੋਬਾਈਲ ਫੋਨ ਇੱਕ ਅਜਿਹੀ ਅੱਜ ਦੀ ਡੇਟ ਦੀ ਨੀਡ ਬਣ ਚੁੱਕਿਆ ਹੈ ਜਿਹੜਾ ਹਰ ਇਨਸਾਨ ਦੀ ਜੇਬ ਵਿੱਚ ਹੈ। ਹਰ ਇੱਕ ਇਨਫੋਰਮੇਸ਼ਨ ਦਾ ਜਿਹੜਾ ਸਰੋਤ ਹੈ ਉਹ ਮੋਬਾਈਲ ਫੋਨ ਬਣ ਚੁੱਕਿਆ। ਤੇ ਇਸ ਇੰਡਸਟਰੀ ਦਾ ਨੁਕਸਾਨ ਜਿਹੜਾ ਹੈ ਉਹ ਹੋਣਾ ਤੁਹਾਨੂੰ ਕਿੰਨਾ ਕੁ ਵਾਜਿਬ ਹੈ, ਕੀ ਨੁਕਸਾਨ ਇਸ ਇੰਡਸਟਰੀ ਦੇ ਵਿੱਚ ਹੋਏ ਨੇ, ਇਸ ਬਾਰੇ 'ਚ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਨਰਿੰਦਰਪਾਲ ਸਿੰਘ ਜੋ ਕਿ ਜਲੰਧਰ ਮੋਬਾਈਲ ਰਿਟੇਲਰ ਐਸੋਸੀਏਸ਼ਨ ਦੇ ਮੈਂਬਰ ਨੇ। ਤੇ ਆਓ ਅਸੀਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਜਿਹੜੇ ਇਸ ਮੋਬਾਈਲ ਇੰਡਸਟਰੀ ਨੂੰ ਨੁਕਸਾਨ ਹੋਏ ਨੇ ਇਹਨਾਂ ਦੀ ਭਰਪਾਈ ਕਿਸ ਹੱਦ ਤੱਕ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਤੇ ਅੱਗੇ ਇਹਦਾ ਜਿਹੜਾ ਅਸਰ ਆ ਉਹ ਕਿਸ ਤਰੀਕੇ ਨਾਲ ਮਿਲੇਗਾ। ਸਤਿ ਸ਼੍ਰੀ ਅਕਾਲ ਨਰਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਟੀਵੀ। ਜੀ ਸਤਿ ਸ਼੍ਰੀ ਅਕਾਲ। ਦੈਨਿਕ ਸਵੇਰਾ ਦੇ ਸਾਰੇ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਬਹੁਤ ਪਿਆਰ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਨਰਿੰਦਰ, ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹੀ ਹੈਗਾ ਕਿ ਜਿਹੜਾ ਹੁਣ 20 ਦਿਨ ਮਤਲਬ 2 ਮਹੀਨੇ ਤੋਂ ਹੋਣ ਲੱਗੇ ਨੇ ਲਾਕਡਾਊਨ ਨੂੰ, ਤੇ ਜੇ ਆਪਾਂ ਗੱਲ ਕਰੀਏ ਇਸ ਲਾਕਡਾਊਨ ਦੇ ਦੌਰਾਨ ਬਹੁਤ ਸਾਰਾ ਜਿਹੜਾ ਨੁਕਸਾਨ ਹੈ ਮੋਬਾਈਲ ਇੰਡਸਟਰੀ ਨੂੰ ਖਾਸ ਕਰਕੇ ਝੇਲਣਾ ਪਿਆ। ਤੇ ਮੋਬਾਈਲ ਜਿਹੜਾ ਹੈਗਾ ਇਨਫੋਰਮੇਸ਼ਨ ਦਾ ਇਸ ਵੇਲੇ ਸਭ ਤੋਂ ਵੱਡਾ ਸਰੋਤ ਵੀ ਹੈ। ਤੁਹਾਨੂੰ ਕੀ ਲੱਗਦਾ, ਤੁਸੀਂ ਇਸ ਨੁਕਸਾਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਸਰ ਵੈਸੇ ਤਾਂ ਇਸ ਲੋਕਡਾਊਨ ਦੇ ਵਿੱਚ ਸਾਰਿਆਂ ਨੂੰ ਨੁਕਸਾਨ ਹੋਇਆ, ਮੇਰੇ ਬਹੁਤ ਸਾਰੇ ਭਰਾਵਾਂ ਦਾ, ਸਾਰੇ ਬਿਜ਼ਨਸ ਦਾ ਨੁਕਸਾਨ ਹੋਇਆ, ਪਰ ਮੋਬਾਈਲ ਇੰਡਸਟਰੀ ਦਾ ਨੁਕਸਾਨ ਸਭ ਤੋਂ ਜ਼ਿਆਦਾ ਹੋਇਆ ਕਿਉਂਕਿ ਸਾਡੀ ਲਾਈਨ ਦੇ ਵਿੱਚ ਦੋ ਚੀਜ਼ਾਂ ਬਹੁਤ ਕਾਮਨ ਹੈਗੀਆਂ। ਇੱਕ ਤਾਂ ਸਾਡੀ ਲਾਈਨ ਬਹੁਤ ਫਾਸਟ ਹੈ, ਬਹੁਤ ਜਲਦੀ ਫਾਸਟ ਮਾਡਲ ਚੇਂਜ ਹੋ ਜਾਂਦੇ ਆ, ਔਰ ਸੈਕਿੰਡ ਨੈਸੈਸਰੀ ਆਈਟਮਸ ਹੋ ਚੁੱਕੇ ਅੱਜ ਕੱਲ੍ਹ ਹਰ ਘਰ 'ਚ ਹਰ ਬੰਦੇ ਮੋਬਾਈਲ ਦੇ ਵਿੱਚ ਹੱਥ ਵਿੱਚ ਮੋਬਾਈਲ ਹੈਗਾ। ਇਸ ਚੀਜ਼ ਦਾ ਲੋਕਡਾਊਨ ਦਾ ਸਾਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਕਿ ਕਸਟਮਰ ਨੂੰ ਨੀਡ ਸੀ ਰਿਪੇਅਰ ਦੀ, ਸੇਲ ਦੀ, ਪਰਚੇਜ਼ ਦੀ, ਪਰ ਅਸੀਂ ਕਿਸੇ ਵੀ ਚੀਜ਼ ਨੂੰ ਪੂਰਾ ਨਹੀਂ ਕਰ ਸਕੇ। ਔਰ ਕਸਟਮਰ ਜਿਹੜਾ ਨੇ ਫਾਈਨਾਂਸ 'ਤੇ ਮੋਬਾਈਲ ਖਰੀਦੇ ਹੋਏ ਸੀਗੇ ਉਹਨਾਂ ਦੇ ਚੱਕਰ 'ਚ ਉਹਨਾਂ ਦਾ ਫਾਈਨਾਂਸ ਦੀਆਂ ਕਿਸ਼ਤਾਂ ਲੱਗਣ ਦੀਆਂ ਜੋ ਗੌਰਮੈਂਟ ਨੇ ਕਿਹਾ ਸੀ ਅਸੀਂ ਤੁਹਾਨੂੰ ਰਿਆਇਤ ਦਿਆਂਗੇ, ਰਿਆਇਤ ਨਹੀਂ ਦੇ ਪਾਏ। ਉਸ ਚੱਕਰ 'ਚ ਉਹਨਾਂ ਵਿਚਾਰਿਆਂ ਦੀ ਕਿਸ਼ਤਾਂ ਲੱਗਣ ਕਰਕੇ ਉਹਨਾਂ ਦਾ ਵੀ ਨੁਕਸਾਨ ਹੈ। ਉਹ ਸਾਡੇ ਕਸਟਮਰ ਸਾਡੇ ਨਾਲ ਖਰਾਬ ਹੋਏ ਆ। ਸਾਨੂੰ ਬਾਰ-ਬਾਰ ਕਾਲਸ ਆ ਰਹੀਆਂ ਸੀ ਕਿ ਭਾਜੀ ਕਿਸ਼ਤਾਂ ਲੱਗ ਰਹੀਆਂ, ਕੀ ਹੱਲ ਹੈ। ਸਾਡੇ ਕੋਲ ਕੋਈ ਵੀ ਉਸ ਚੀਜ਼ ਦਾ ਜਵਾਬ ਨਹੀਂ ਸੀਗਾ। ਔਰ ਮੈਨੂੰ ਲੱਗਦਾ ਕਿ ਜਿਨ੍ਹਾਂ ਵਿਚਾਰੇ ਕਿਸ਼ਤਾਂ ਲੱਗ ਗਈਆਂ ਨੇ, ਜਿਨ੍ਹਾਂ ਨੇ ਕਿਸ਼ਤਾਂ ਕੱਟੀਆਂ ਗਈਆਂ ਜਾਂ ਜਿਨ੍ਹਾਂ ਦੇ ਅਕਾਊਂਟ 'ਚ ਕਿਸ਼ਤਾਂ ਨਹੀਂ ਸੀਗੀਆਂ ਉਹਨਾਂ ਦੇ ਸਿਬਲ ਖਰਾਬ ਹੋਣ ਕਰਕੇ ਉਹਨਾਂ ਤੋਂ ਅੱਗੋਂ ਫਾਈਨਾਂਸ ਹੀ ਨਹੀਂ ਹੋਣਾ। ਔਰ ਮੋਬਾਈਲ ਇੰਡਸਟਰੀ 70% ਜਿਹੜੀ ਹੈ ਫਾਈਨਾਂਸ ਦੇ ਸਿਰ 'ਤੇ ਚੱਲਦੀ ਹੈ ਔਰ ਇਹਦੇ 'ਚ ਦੋਨਾਂ ਚੀਜ਼ਾਂ ਦਾ ਨੁਕਸਾਨ ਬਹੁਤ ਹੈ ਸਾਨੂੰ। ਜੇਕਰ ਗੱਲ ਕਰੀਏ ਜਿਹੜੀ ਮੋਬਾਈਲ ਇੰਡਸਟਰੀ ਹੈ, ਜੇ ਚਲੋ ਆਪਾਂ ਹਾਇਰ ਐਂਡ ਫੋਨਸ ਦੀ ਗੱਲ ਕਰੀਏ, ਜਿਹੜੇ ਮਿਡਲ ਰੇਂਜ ਫੋਨਸ ਨੇ ਉਹ ਜ਼ਿਆਦਾਤਰ ਜਿਹੜੀ ਮਿਡਲ ਕਲਾਸ ਹੈਗੀ ਹੈ ਸਾਡਾ ਜਿਹੜਾ ਇੰਡੀਆ ਦਾ ਉਹਨੂੰ ਟਾਰਗੇਟ ਕਰਦੀ ਹੈ। ਜੇਕਰ ਆਪਾਂ ਗੱਲ ਕਰੀਏ ਹੁਣ ਕਿਉਂਕਿ ਜਿੱਦਾਂ ਤੁਸੀਂ ਵੀ ਗੱਲ ਕੀਤੀ ਬਹੁਤ ਸਾਰੇ ਮਿਡਲ ਕਲਾਸ ਲੋਕਾਂ ਨੇ ਜਿਹੜਾ ਫੋਨ ਆ ਫਾਈਨੈਂਸ ਕਰਾਇਆ ਹੁੰਦਾ, ਉਹਨਾਂ ਦੀਆਂ ਕਿਸ਼ਤਾਂ ਲੱਗ ਗਈਆਂ, ਹਾਲਾਂਕਿ ਉਹਨਾਂ ਨੇ ਉਹ ਪੈਸਾ ਇਸ ਲਾਕਡਾਊਨ ਦੇ ਦੌਰਾਨ ਆਪਣੇ ਖਰਚਿਆਂ ਦੇ ਲਈ ਸੇਵ ਕਰਕੇ ਰੱਖਿਆ ਸੀ, ਫਿਰ ਵੀ ਉਹਨਾਂ ਦਾ ਜਿਹੜਾ ਕਿਸ਼ਤਾਂ ਕੱਟੀਆਂ ਗਈਆਂ ਨੇ। ਤੁਹਾਨੂੰ ਕੀ ਲੱਗਦਾ ਜਿਹੜਾ ਮਿਡਲ ਕਲਾਸ ਲੋਕਾਂ ਦਾ ਜਿਹੜਾ ਲਾਸ ਹੋਇਆ ਇਸ ਪਰਟੀਕੂਲਰ ਟਾਈਮ ਦੇ ਦੌਰਾਨ ਇਹ ਮੋਬਾਈਲ ਇੰਡਸਟਰੀ ਦੇ ਉੱਤੇ ਕਿਸ ਤਰੀਕੇ ਦਾ ਅਸਰ ਪਾਏਗਾ? ਭਾਜੀ ਸਭ ਤੋਂ ਵੱਡਾ ਅਸਰ ਤਾਂ ਮੋਬਾਈਲ ਇੰਡਸਟਰੀ ਨੂੰ ਜਿਹੜਾ ਮਿਡਲ ਦਾ ਹੀ ਪੈਂਦਾ ਕਿਉਂਕਿ ਸਾਡੇ ਕੋਲ ਜਿਹੜਾ ਕਸਟਮਰ ਹੈ 70% ਸਾਡੇ ਕੋਲ ਕਸਟਮਰ ਜਿਹੜਾ 10,000 ਤੋਂ ਲੈ ਕੇ 25,000 ਤੱਕ ਦੇ ਮੋਬਾਈਲ ਦਾ ਹੁੰਦਾ। ਹਰ ਕੰਪਨੀ ਕਸਟਮਰ ਨੂੰ ਦੇਖ ਕੇ ਮੋਬਾਈਲ ਕੱਢਦੀ ਹੈ, ਚਾਹੇ ਆਈਫੋਨ ਹੈ, ਚਾਹੇ ਸੈਮਸੰਗ ਹੈ, ਵੀਵੋ, ਓਪੋ ਹੈ। ਉਹਨਾਂ ਸਾਰਿਆਂ ਦੇ ਹਾਈ ਰੇਂਜ ਪ੍ਰੋਡਕਟ ਆਉਂਦੇ ਆ, ਪਰ ਉਹ ਹਾਈ ਰੇਂਜ ਪ੍ਰੋਡਕਟ ਇੱਕ ਲਿਮਟਿਡ ਕੁਆਲਿਟੀ ਹੁੰਦੀ ਹੈ, ਲਿਮਟਿਡ ਕੁਆਂਟਿਟੀ ਦੇ ਵਿੱਚ ਵਿਕਦਾ। ਜਿਹੜਾ ਕਰੀਮ ਕਸਟਮਰ ਬਹੁਤ ਘੱਟ ਹੁੰਦੇ ਆ ਜਿਹੜੇ 50,000 60,000 ਦੇ 70,000 ਦੇ ਮੋਬਾਈਲ ਨੂੰ ਕਰਦੇ ਨੇ। ਆਮ ਜਿਹੜਾ ਕਸਟਮਰ 70-80% ਉਹ 10 ਤੋਂ ਲੈ ਕੇ 25,000 ਤੱਕ ਦਾ ਮੋਬਾਈਲ ਹੁੰਦਾ ਔਰ ਉਹ ਵਿੱਚੋਂ 70 ਤੋਂ 80% ਕਸਟਮਰ ਉਹ ਜਿਹੜਾ ਫਾਈਨਾਂਸ ਦੇ ਸਿਰ 'ਤੇ ਚੱਲਦਾ। ਇਹ ਦੋਨੋਂ ਹੀ ਕਸਟਮਰ ਮਤਲਬ ਕਿ ਦੋਨੋਂ ਹੀ ਵੇਰੀਐਂਟ ਸਾਨੂੰ ਨੁਕਸਾਨ ਹੋਇਆ ਵੇ। ਇੱਕ ਤਾਂ 10 ਤੋਂ 25,000 ਕਸਟਮਰ ਬਿਲਕੁਲ ਘੱਟ ਗਿਆ, ਜਿੱਦਾਂ ਗੌਰਮੈਂਟ ਨੇ ਇਹ ਵੀ ਕਿਹਾ ਸੀਗਾ ਕਿ ਸਕੂਲਾਂ ਜਿਹੜੀ ਪੜ੍ਹਾਈ ਹੈ ਉਹ ਆਨਲਾਈਨ ਹੋਏਗੀ। ਉਹਦੇ ਵਾਸਤੇ ਸਕੂਲਾਂ ਨੇ ਪ੍ਰੋਵਾਈਡ ਕੀਤਾ ਸੀ ਕਿ ਤੁਸੀਂ ਟੈਬ ਲਓ। ਉਹ ਜੋ ਟਾਈਪਸ ਹੈਗੀਆਂ ਉਹ ਮਾਰਕੀਟ 'ਚ ਅਵੇਲੇਬਲ ਹੀ ਨਹੀਂ ਹੋ ਸਕੀਆਂ ਜਿਹੜੇ ਲੋਕ ਲੈਣਾ ਚਾਹੁੰਦੇ ਸੀਗੇ। ਔਰ ਦੂਸਰੇ ਪਾਸੇ ਜਿਨ੍ਹਾਂ ਕੋਲ ਘਰਾਂ 'ਚ ਮੋਬਾਈਲ ਚੱਲ ਵੀ ਰਹੇ ਹੈ, ਜੇ ਅਗਰ ਕਿਸੇ ਕੋਲ ਮੋਬਾਈਲ ਕੋਈ ਪੁਰਾਣਾ ਚੱਲ ਰਿਹਾ ਉਹਦੇ ਵਿੱਚ ਨਵੇਂ ਜਿਹੜੇ ਸੌਫਟਵੇਅਰ ਉਹ ਵਰਕ ਹੀ ਨਹੀਂ ਕੀਤੇ, ਉਸ ਚੀਜ਼ ਦਾ ਨੁਕਸਾਨ ਸਾਨੂੰ ਬਹੁਤ ਹੋਇਆ। ਕਸਟਮਰ ਅਵੇਲੇਬਲ ਸੀ ਪਰ ਸਾਡੀਆਂ ਦੁਕਾਨਾਂ ਬੰਦ ਹੋਣ ਕਰਕੇ ਅਸੀਂ ਪ੍ਰੋਵਾਈਡ ਨਹੀਂ ਕਰ ਸਕੇ। ਜਿੱਦਾਂ ਹੁਣ ਤੁਸੀਂ ਕੁਝ ਬ੍ਰਾਂਡਸ ਦੇ ਨਾਮ ਵੀ ਲਿੱਤੇ, ਜੇਕਰ ਆਪਾਂ ਉਹਨਾਂ ਬ੍ਰਾਂਡਸ ਦੀ ਗੱਲ ਕਰੀਏ ਉਹਨਾਂ ਬ੍ਰਾਂਡਸ ਦੀ ਜਿਹੜੀ ਮੈਨੂਫੈਕਚਰਿੰਗ ਕੁਛ ਇੱਕ ਦੀ ਇੰਡੀਆ 'ਚ ਹੋ ਰਹੀ ਆ, ਠੀਕ ਹੈ, ਤੇ ਕੁਛ ਇੱਕ ਬ੍ਰਾਂਡਸ ਜਿਹੜੇ ਨੇ ਉਹ ਚਾਈਨਾ ਦੇ ਵਿੱਚ ਬਣਦੇ ਪਏ ਨੇ। ਉਹਨਾਂ ਦੇ ਪਾਰਟਸ ਜ਼ਿਆਦਾਤਰ ਚਾਈਨਾ ਦੇ ਵਿੱਚ ਬਣਦੇ ਨੇ ਤੇ ਜਿਹੜੀ ਮੋਬਾਈਲ ਇੰਡਸਟਰੀ ਦੇ ਲੋਕਾਂ ਦਾ ਕਹਿਣਾ ਕਿ ਉਹਨਾਂ ਦੀ ਜਿਹੜੀ ਅਸੈਂਬਲੀ ਆ ਉਹ ਬੇਸਿਕਲੀ ਇੰਡੀਆ ਦੇ ਵਿੱਚ ਹੁੰਦੀ ਹੈ, ਜਿਸ ਨੂੰ ਮੇਡ ਇਨ ਇੰਡੀਆ ਦਾ ਨਾਮ ਕਹਿ ਦਿੰਦੇ ਨੇ। ਦੂਜੀ ਗੱਲ ਇਸ ਵੇਲੇ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਨਰਿੰਦਰ ਮੋਦੀ ਨੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਮੇਕ ਇਨ ਇੰਡੀਆ ਨੂੰ ਆਪਾਂ ਪ੍ਰਮੋਟ ਕਰਨਾ ਤਾਂ ਕਿ ਇੰਡੀਆ ਦੀ ਇਕੋਨਮੀ ਜਿਹੜੀ ਹੈ ਉਹ ਲਾਈਨ 'ਤੇ ਆ ਸਕੇ। ਤੁਹਾਨੂੰ ਕੀ ਲੱਗਦਾ ਕੀ ਇਹ ਪੋਸੀਬਲ ਹੈਗਾ?
ਸਰ ਜੇ ਅਸੀਂ ਗੱਲ ਕਰੀਏ ਇੰਡੀਅਨ ਬ੍ਰਾਂਡ ਦੀ, ਤੇ ਅੱਜ ਤੋਂ ਸਾਲ 2 ਸਾਲ ਪਹਿਲਾਂ ਇੰਡੀਆ ਦੇ ਵਿੱਚ ਬ੍ਰਾਂਡ ਆਉਂਦੇ ਸੀ, ਮਾਈਕਰੋਮੈਕਸ, ਲਾਵਾ, ਇੱਦਾਂ ਦੇ ਬ੍ਰਾਂਡ ਸੀ ਜਿਹੜੇ ਇੰਡੀਆ ਦੇ ਬ੍ਰਾਂਡ ਸੀਗੇ, ਇੰਡੀਅਨ ਬ੍ਰਾਂਡ ਸੀਗੇ, ਸਪੋਰਟ ਕਰਦੇ ਸੀ। ਪਰ ਜੇ ਦੇਖਿਆ ਜਾਵੇ ਤਾਂ ਜਿਹੜੇ ਬਾਹਰਲੇ ਬ੍ਰਾਂਡ ਆਏ ਚਾਈਨਾ 'ਚ, ਉਹਨਾਂ ਨੂੰ ਗਵਰਨਮੈਂਟ ਲੈ ਕੇ ਆਈ ਹੈ, ਕੋਈ ਦੁਕਾਨਦਾਰ ਜਾ ਕੇ ਲਿਫਾਫਾ ਭਰ ਕੇ ਤਾਂ ਮੋਬਾਈਲ ਲੈ ਕੇ ਨਹੀਂ ਆਇਆ ਉੱਥੋਂ। ਅਗਰ ਚਾਈਨੀਜ਼ ਕੰਪਨੀਆਂ ਸਾਡੇ ਦੇਸ਼ 'ਚ ਆਈਆਂ ਤਾਂ ਸਾਡੀ ਕੰਟਰੀ ਦੀ ਗਵਰਨਮੈਂਟ ਲੈ ਕੇ ਆਈ ਹੈ, ਸਾਨੂੰ ਉੱਥੋਂ ਲਿਆਉਣ ਤੋਂ ਪਰਹੇਜ਼ ਨਹੀਂ ਹੈਗਾ। ਪਰ ਸਾਡਾ ਨੁਕਸਾਨ ਇਹ ਕੀਤਾ ਗਿਆ ਕਿ ਇੰਡੀਅਨ ਜਿਹੜੀ ਕੁਆਲਿਟੀ ਹੈ ਉਹਨੂੰ ਪ੍ਰਮੋਟ ਨਹੀਂ ਕੀਤਾ, ਕਿ ਇੰਡੀਅਨ ਇੰਡਸਟਰੀ ਨੂੰ ਪ੍ਰਮੋਟ ਨਹੀਂ ਕੀਤਾ ਗਿਆ। ਸਹੂਲਤਾਂ ਜਿਹੜੀਆਂ ਉਹ ਚਾਈਨੀਜ਼ ਕੰਪਨੀ ਨੂੰ ਦਿੱਤੀਆਂ ਗਈਆਂ। ਤੁਹਾਡਾ ਸਵਾਲ ਬਹੁਤ ਵਧੀਆ ਸੀਗਾ ਕਿ ਇੱਥੇ ਜੀ ਕੁਝ ਬ੍ਰਾਂਡ ਜਿਹੜੇ ਉਹ ਇੰਡੀਆ ਦੇ ਵਿੱਚ ਡਿਵੈਲਪ ਕਰ ਰਹੇ ਬ੍ਰਾਂਡ ਨੂੰ, ਪਰ ਜੇ ਦੇਖਿਆ ਜਾਵੇ ਤਾਂ ਬ੍ਰਾਂਡ ਦੀ ਬੇਸਿਕ ਜਿਹੜੀ ਉਹ ਨਹੀਂ ਹੈਗੇ ਆ, ਉਹ ਸਾਰੇ ਬੇਸ ਜਿਹੜਾ ਉਹਨਾਂ ਦਾ ਉਹ ਚਾਈਨਾ ਬੇਸ ਹੈ। ਅਗਰ ਉਹ ਪੈਸਾ ਇੱਥੋਂ ਕਮਾ ਵੀ ਰਹੇ ਤਾਂ ਜ਼ਿਆਦਾ ਸਾਰਾ ਚਾਈਨਾ 'ਚ ਰਿਹਾ, ਚਾਹੇ ਉਹ ਠੀਕ ਹੈ, ਉਹ ਠੀਕ ਹੈ ਕਿ ਅਗਰ ਇੰਡੀਆ 'ਚ ਕੰਮ ਕਰਦੇ ਨੇ, ਇੰਡੀਆ 'ਚ ਪ੍ਰੋਡਕਟ ਲਗਾਉਂਦੇ ਨੇ, ਤਾਂ ਇੰਡੀਆ ਦੇ ਵਿੱਚ ਜਿਹੜੀ ਉਹ ਜੋਬ ਮਿਲਦੀ ਆ ਲੋਕਾਂ ਨੂੰ, ਮੈਂ ਐਗਰੀ ਹਾਂ ਤੁਹਾਡੀ ਗੱਲ ਦੇ ਨਾਲ, ਬਟ ਬਹੁਤ ਘੱਟ ਹੈ। ਅਸੀਂ ਚਾਹੁੰਦੇ ਕਿ ਗਵਰਨਮੈਂਟ ਇਹਨਾਂ ਨੂੰ ਸਪੋਰਟ ਦੇਵੇ। ਖਾਲੀ ਵਰਬਲੀ ਕਹਿ ਦੇਣਾ ਕਿ ਇੰਡੀਆ ਮਾਲ ਖਰੀਦੋ, ਉਹ ਪੋਸੀਬਲ ਹੱਲ ਨਹੀਂ ਹੈ। ਜਦੋਂ ਤੱਕ ਅਸੀਂ ਇੰਡੀਅਨ ਗਵਰਨਮੈਂਟ ਇੰਡੀਅਨ ਲੋਕਾਂ ਨੂੰ ਸਹੂਲਤਾਂ ਨਹੀਂ ਦਿੰਦੀ, ਇੰਡੀਅਨ ਇੰਡਸਟਰੀ ਨੂੰ ਜਦੋਂ ਤੱਕ ਬੈਨੀਫਿਟ ਨਹੀਂ ਮਿਲਣਗੇ, ਤਦ ਤੱਕ ਕੋਈ ਵੀ ਇੰਡੀਅਨ ਇੰਡਸਟਰੀ ਗਰੋ ਨਹੀਂ ਕਰ ਸਕਦੀ। ਮੋਬਾਈਲ ਤਾਂ ਬੜੀ ਦੂਰ ਦੀ ਗੱਲ, ਕੋਈ ਛੋਟੀ ਵੱਡੀ ਇੰਡਸਟਰੀ ਸਪੋਰਟਸ ਦਾ ਹੱਬ ਹੈ ਸਾਡਾ ਜਲੰਧਰ ਸ਼ਹਿਰ, ਜਦ ਕਿ ਅੱਜ ਜਲੰਧਰ ਵਿੱਚ ਕਾਫੀ ਜਿਹੜਾ ਹੈਗੇ ਲੋਕੀ ਉਹ ਜਾਂ ਹਿਮਾਚਲ ਮੂਵ ਕਰ ਗਏ ਹੋਏ ਨੇ ਜਾਂ ਮੇਰਠ ਮੂਵ ਕਰ ਗਏ ਨੇ। ਤੇ ਜੇ ਗਵਰਨਮੈਂਟ ਚਾਹਵੇ ਤੇ ਜਦੋਂ ਤੱਕ ਸਾਡੇ ਇੰਡਸਟਰੀਅਲ ਨੂੰ, ਇੰਡੀਅਨ ਇੰਡਸਟਰੀ ਨੂੰ ਸਪੋਰਟ ਨਹੀਂ ਦਿੱਤੀ ਜਾਏਗੀ, ਤਦ ਤੱਕ ਕੋਈ ਵੀ ਬ੍ਰਾਂਡ ਇੱਥੇ ਕਾਮਯਾਬ ਨਹੀਂ ਹੋ ਸਕਦਾ। ਕੋਈ ਵੀ ਪ੍ਰੋਡਕਟ ਚਲਾਉਣ ਦੇ ਲਈ ਸਹੂਲਤਾਂ ਦੇਣੀਆਂ ਬਹੁਤ ਜ਼ਰੂਰੀ ਹੈ। ਜਿੱਦਾਂ ਤੁਸੀਂ ਕਿਹਾ ਇੰਡੀਅਨ ਇੰਡਸਟਰੀਜ਼ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ। ਜੇਕਰ ਆਪਾਂ ਗੱਲ ਕਰੀਏ, ਹਾਲ ਹੀ ਦੇ ਵਿੱਚ ਨਰਿੰਦਰ ਮੋਦੀ ਜੀ ਨੇ ਇੱਕ ਇਕੋਨਮੀ ਪਲਾਨ ਜਿਹੜਾ ਇਕੋਨਮੀ ਪੈਕੇਜ ਜਿਹੜਾ ਉਹ ਸਾਡੇ MSMEs ਜਿਹੜੇ ਨੇ, ਇੰਡਸਟਰੀਜ਼ ਨੇ, ਉਹਨਾਂ ਲਈ ਵੀ ਦਿੱਤਾ ਹੈ, ਤੇ ਕਿਸਾਨਾਂ ਲਈ ਵੀ ਹੈਗਾ। ਹੋਰ ਬਥੇਰੇ ਸੈਕਟਰਸ ਹੈਗੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਇਸ ਪਲਾਨ ਦੇ ਵਿੱਚ ਕਵਰ ਕੀਤਾ, ਜੋ ਕਿ 20 ਲੱਖ ਕਰੋੜ ਰੁਪਏ ਦਾ ਪਲਾਨ ਹੈ, ਤੇ ਸਾਡੇ ਇੰਡੀਆ ਦੀ GDP ਦਾ 10% ਅਮਾਊਂਟ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਅਮਾਊਂਟ ਹੈ ਕਿਸੇ ਨਾ ਕਿਸੇ ਤਰੀਕੇ ਤੁਹਾਡੀ ਇੰਡਸਟਰੀ ਦੇ ਵਿੱਚ ਜਾਂ ਕਿਸੇ ਤਰੀਕੇ ਕੋਈ ਫਾਇਦਾ ਦੇਗਾ? ਜੇ ਨਹੀਂ ਦੇਗਾ ਤਾਂ ਕਿਸ ਤਰ੍ਹਾਂ? ਸਰ ਦੇਖੋ, ਗਵਰਨਮੈਂਟ ਨੇ ਪੈਸਾ ਪੇ ਕਰੀ ਹੈ, ਮੈਂ ਠੀਕ ਹੈ, ਮੈਂ ਵੀ ਸੁਣਿਆ, ਪਰ ਕਿਸ ਹਿਸਾਬ ਨਾਲ ਪੇ ਕਰੀ ਅਜੇ ਤਾਂ ਗਵਰਨਮੈਂਟ ਇਹਨੂੰ ਕਲੀਅਰ ਨਹੀਂ ਕੀਤਾ। ਕੁਝ ਚੀਜ਼ਾਂ ਜਿਹੜੀਆਂ ਕਲੀਅਰ ਨਹੀਂ ਹੋਈਆਂ। ਅਗਰ ਆਪਾਂ ਇੰਡੀਅਨ ਬ੍ਰਾਂਡ ਨੂੰ ਸਪੋਰਟ ਕਰ ਦਿੰਦੇ ਹਾਂ, ਤੁਸੀਂ ਇੰਡੀਅਨ ਬ੍ਰਾਂਡ ਨੂੰ ਪੈਸਾ ਦੇ ਕੇ, ਸਹੂਲਤ ਦੇ ਕੇ ਇੰਡੀਅਨ ਬ੍ਰਾਂਡ ਨੂੰ ਖੜਾ ਕਰ ਦਿੰਦੇ ਹੋ, ਬਟ ਅਗਰ ਵੇਚਣ ਲਈ ਜਿਹੜਾ ਦੁਕਾਨਦਾਰ ਹੈ ਉਹ ਹੀ ਨਹੀਂ ਬਚੇਗਾ। ਕਿਉਂਕਿ ਅੱਜ ਮਿਡਲ ਦਾ ਦੁਕਾਨ ਦਾ ਸੈਲਰੀਆਂ ਪੇ ਕਰ ਰਿਹਾ, ਮਿਡਲ ਦਾ ਦੁਕਾਨ ਦਾ ਕਿਰਾਏ ਪੇ ਕਰ ਰਿਹਾ, ਆਪਣੀ ਦੁਕਾਨਾਂ ਦੇ ਆਪਣੇ ਘਰ ਦੇ ਕਿਰਾਏ ਪੇ ਕਰ ਰਿਹਾ, ਟੈਕਸ ਪੇ ਕਰ ਰਿਹਾ। ਔਰ ਸਭ ਤੋਂ ਮਾੜੀ ਗੱਲ ਕਿ 1 ਅਪ੍ਰੈਲ ਨੂੰ ਗਵਰਨਮੈਂਟ ਨੇ GST ਐਪਲੀਕੇਬਲ ਕੀਤਾ ਸੀ, ਸਾਡਾ 6% GST ਮੋਬਾਈਲਾਂ ਉੱਤੇ ਵਧਾਇਆ ਸੀਗਾ। 21 ਤਰੀਕ ਨੂੰ ਲੋਕਡਾਊਨ ਲੱਗਣ ਤੋਂ ਬਾਵਜੂਦ ਗਵਰਨਮੈਂਟ ਉਹ 1 ਤਰੀਕ ਦਾ ਫਰਮਾਨ ਨਹੀਂ ਵਾਪਸ ਲੈ ਸਕੀ। ਤੇ ਸਾਨੂੰ ਕੀ ਉਮੀਦ ਹੈ ਕਿ ਗਵਰਨਮੈਂਟ ਸਾਨੂੰ ਕੀ ਸਹੂਲਤਾਂ ਦੇਗੀ? ਅਗਰ ਗਵਰਨਮੈਂਟ ਇੰਡਸਟਰੀ ਨੂੰ ਸਹੂਲਤਾਂ ਦੇ ਵੀ ਦਿੰਦੀ ਹੈ, ਅਗਰ ਦੁਕਾਨਦਾਰ ਹੀ ਮਾਰ ਦੇਣਗੇ ਤਾਂ ਪ੍ਰੋਡਕਟ ਵੇਚਣਾ ਕਿੱਥੇ ਹੈ? ਅੱਜ ਤੋਂ 3 ਸਾਲ 4 ਸਾਲ ਪਹਿਲਾਂ ਆਨਲਾਈਨ ਕੋਈ ਪੋਰਟਲ ਕਾਮਯਾਬ ਨਹੀਂ ਸੀ। ਜਦੋਂ Amazon, Flipkart ਨੂੰ ਸਪੋਰਟ ਕਿਹਨੇ ਦਿੱਤੀ ਹੈ? ਸਾਡੀ ਗਵਰਨਮੈਂਟ ਨੇ ਦਿੱਤੀ ਹੈ। ਆਨਲਾਈਨ ਜਿਹੜੀ Amazon, Flipkart, Alibaba ਜਿਹੜੀਆਂ ਸਾਈਟਸ ਹੈ, ਸਾਰੀਆਂ ਬਾਹਰਲੀਆਂ ਸਾਈਟਸ ਹੈ। ਇਹ ਜਿੰਨਾ ਪੈਸਾ ਕਮਾਉਂਦੀਆਂ ਇਕੱਠਾ ਕਰਕੇ ਬਾਹਰ ਲੈ ਜਾਂਦੀਆਂ। ਉਹਦਾ ਸਭ ਤੋਂ ਜ਼ਿਆਦਾ ਲੋਸ ਜਿਹੜਾ ਸਾਡੇ ਰਿਟੇਲਰ ਨੂੰ, ਲੋਕਲ ਰਿਟੇਲਰ ਨੂੰ ਹੈ। ਜਿਹੜਾ ਰਿਟੇਲਰ ਬੈਠਾ ਸ਼ਹਿਰ ਦੇ ਵਿੱਚ ਬੈਠਾ ਹੈ, ਟੈਕਸ ਪੇ ਕਰ ਰਿਹਾ, ਗਵਰਨਮੈਂਟ ਨੂੰ ਪੈਸਾ ਦੇ ਰਿਹਾ, ਗਵਰਨਮੈਂਟ ਵਾਸਤੇ ਪੈਸਾ ਕਮਾ ਕੇ ਅਰਨ ਕਰਕੇ ਦੇ ਰਿਹਾ ਵੇ, ਆਪਣੇ ਲੋਕਲ EMPLOYEES ਨੂੰ ਰੱਖ ਕੇ ਤਨਖਾਹਾਂ ਦੇ ਰਿਹਾ, ਲੋਕਲ EMPLOYEES ਨੂੰ ਸੈਲਰੀਆਂ ਮਿਲ ਰਹੀਆਂ ਨੇ। ਅਸੀਂ ਸਾਰੇ ਲੋਕਲ ਗਰੋ ਕਰ ਰਹੇ ਹਾਂ, ਬਟ ਗਵਰਨਮੈਂਟ ਸਾਨੂੰ ਗਰੋ ਨਹੀਂ ਕਰਨ ਦੇਣਾ ਚਾਹੁੰਦੀ। ਗਵਰਨਮੈਂਟ ਨੂੰ ਇਹਨਾਂ ਚੀਜ਼ਾਂ ਨੂੰ ਦੂਰ ਕਰਨਾ ਪਏਗਾ। ਜਿਹੜੀਆਂ ਕਮੀਆਂ ਪੇਸ਼ੀਆਂ, ਜਦੋਂ ਤੱਕ ਗਵਰਨਮੈਂਟ ਇੱਕ ਲੈਵਲ 'ਤੇ ਬੈਠ ਕੇ ਸਾਡੇ ਲੋਕਾਂ ਦੀ ਪ੍ਰੋਬਲਮ ਸੁਣੇਗੀ ਨਹੀਂ, ਤਦ ਤੱਕ ਗਵਰਨਮੈਂਟ ਕੋਈ ਵੀ ਐਲਾਨ ਕਰ ਦੇਵੇ, ਉਸ ਐਲਾਨ ਦਾ ਕੋਈ ਫਾਇਦਾ ਨਹੀਂ ਹੈ। ਕਿਉਂਕਿ ਐਲਾਨ ਉਹੀ ਐਪਲੀਕੇਬਲ ਕਰਨ ਦਾ ਫਾਇਦਾ ਜੋ ਸਾਡੇ ਲੋਕਾਂ ਨਾਲ ਜੁੜਿਆ ਹੋਵੇ, ਰਿਟੇਲਰਸ ਨਾਲ ਜੁੜਿਆ ਹੋਵੇ, ਇੰਡਸਟਰੀ ਨਾਲ ਜੁੜਿਆ ਹੋਵੇ, ਬਟ ਜਿਹੜਾ ਇੱਥੋਂ ਦੇ ਕਿਸੇ ਬੰਦੇ ਨੂੰ ਬੈਨੀਫਿਟ ਦੇ ਸਕਦਾ ਹੋਵੇ। ਅੱਗੇ ਇੱਕ ਚੈਨ ਬਣਦੀ ਹੈ, ਇੱਕ ਕੰਪਨੀ ਮਾਲ ਬਣਾਉਂਦੀ ਹੈ, ਉਹ ਮਾਲ ਕੰਪਨੀ ਬਣਾਉਣ ਤੋਂ ਇੱਕ ਆਪਣੇ EMPLOYEE ਨੂੰ ਰੱਖਦੀ ਹੈ, ਜਿਹੜੀ ਮਾਲ ਸ਼ਹਿਰ ਜਾ ਕੇ ਮਾਲ ਵੇਚਦੇ ਆ, ਫਿਰ ਸ਼ਹਿਰਾਂ 'ਚ ਡਿਸਟਰੀਬਿਊਟਰ ਬੰਦੇ ਆ, ਫਿਰ ਸ਼ਹਿਰਾਂ 'ਚ ਦੁਕਾਨਦਾਰ ਹੁੰਦੇ, ਫਿਰ ਗਾਹਕ ਹੁੰਦਾ। ਇੱਕ ਲੰਬੀ ਚੇਨ ਹੈ। ਅਗਰ ਇਹ 'ਚੋਂ ਇੱਕ ਜਾਂ 2 ਬੰਦੇ ਵੀ ਮਿਸਿੰਗ ਹੁੰਦੇ ਆ, ਜਾਂ 2 ਬੰਦੇ ਵੀ ਆਪਣਾ ਘਰ ਪੂਰਾ ਨਹੀਂ ਚਲਾ ਸਕਦੇ, ਤਾਂ ਨੈਚੁਰਲ ਚੈਨ ਟੁੱਟ ਜਾਏਗੀ। ਅਗਰ ਗਵਰਨਮੈਂਟ ਇੱਕ ਇੰਨਾ ਪੈਸਾ ਲਗਾਉਣਾ ਚਾਹੁੰਦੀ ਹੈ, ਤਾਂ ਮੇਰੀ ਗਵਰਨਮੈਂਟ ਨੂੰ ਇੱਕ ਸਲਾਹ ਹੈ ਕਿ ਪਲੀਜ਼ ਕਿ ਤੁਸੀਂ ਇਸ ਚੀਜ਼ ਨੂੰ ਵਰਕਆਊਟ ਕਰੋ ਪ੍ਰੋਪਰ। ਸਾਡੀ ਲੋਕਾਂ ਦੀ ਪ੍ਰੋਬਲਮ ਦੇਖੋ, ਸਾਡੀਆਂ ਚੀਜ਼ਾਂ ਦੇਖੋ। ਅਸੀਂ ਬਹੁਤ ਥੱਕੇ ਪਏ ਹਾਂ। ਬਿਜਲੀ ਦੇ ਬਿੱਲ, ਆਪਣੇ ਲੜਕਿਆਂ ਨੂੰ ਸੈਲਰੀਆਂ, ਬੱਚਿਆਂ ਨੂੰ ਸੈਲਰੀਆਂ ਦੇ ਰਹੇ ਹਾਂ, ਆਪਣੇ ਦੁਕਾਨਾਂ ਦੇ ਕਿਰਾਏ ਦੇ ਰਹੇ ਹਾਂ, ਘਰਾਂ ਕਿਰਾਏ ਦੇ ਰਹੇ ਹਾਂ, ਸਾਡੇ ਕਾਊਂਟਰਸ ਨੂੰ ਸੈਲਰੀਆਂ ਦੇ ਰਹੇ ਹਾਂ, ਅਸੀਂ ਸਭ ਕੁਝ ਦੇ ਰਹੇ ਹਾਂ, ਬਟ ਸਾਡੇ ਕੋਲ ਇਸ ਟਾਈਮ ਕੁਛ ਨਹੀਂ। ਬਿਜਲੀ ਦੇ ਬਿੱਲ ਤੱਕ ਸਾਨੂੰ ਆ ਚੁੱਕੇ ਹੋਏ ਨੇ। ਅਗਰ ਗਵਰਨਮੈਂਟ ਪੈਸਾ ਦੇ ਰਹੀ ਹੈ ਪਰ ਪੈਸਾ ਸਾਡੇ ਤੱਕ ਪਹੁੰਚਣਾ ਹੀ ਨਹੀਂ, ਤਾਂ ਫਿਰ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈਗਾ। ਜੇਕਰ ਨਰਿੰਦਰ ਆਪਾਂ ਗੱਲ ਕਰੀਏ, ਜਿਹੜਾ ਮੋਬਾਈਲ ਇੰਡਸਟਰੀ ਹੈ ਬੇਸਿਕਲੀ ਜ਼ਿਆਦਾ ਉਹੀ ਸਭ ਤੋਂ ਜ਼ਿਆਦਾ ਕਹਿੰਦੇ ਕਿ ਚਾਈਨਾ ਦੇ ਵਿੱਚੋਂ ਹੀ ਉਹਦਾ ਜਿਹੜਾ ਸਮਾਨ ਆਉਂਦਾ, ਚਾਹੇ ਇਲੈਕਟ੍ਰੋਨਿਕ ਪਾਰਟ ਹੋਵੇ ਜਾਂ ਕੋਈ ਐਕਸੈਸਰੀ ਹੋਵੇ, ਜਾਂ ਨਾਰਮਲ ਇੱਕ ਸਕਰੀਨ ਗਾਰਡ ਤੱਕ ਦੀ ਵੀ ਗੱਲ ਕੀਤੀ ਹੋ, ਅੱਜ ਕੱਲ੍ਹ ਉਹਦੀ ਵੀ ਮੈਨੂਫੈਕਚਰਿੰਗ ਜਿਹੜੀ ਹੈ ਉਹ ਚਾਈਨਾ ਤੋਂ ਕਰਵਾ ਕੇ ਹੀ ਇੰਡੀਆ 'ਚ ਲੈ ਕੇ ਆਈ ਜਾਂਦੀ ਸੀ। ਹੁਣ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਨਿਰਯਾਤ ਹੈ ਉਸ ਦੇ ਲਈ ਵੀ ਅਲੱਗ ਜਿਹੜੇ ਪਲਾਨਸ ਬਣਾਏ ਜਾਣਗੇ। ਤੁਹਾਨੂੰ ਕੀ ਲੱਗਦਾ ਜੇ ਇਹ ਨਿਰਯਾਤ ਕਿਸੇ ਤਰੀਕੇ ਦਾ, ਜੇ ਕਿਉਂਕਿ ਬਹੁਤ ਸਾਰੇ ਕੰਟਰੀਜ਼ ਚਾਈਨਾ ਦੇ ਪ੍ਰੋਡਕਟਸ ਨੂੰ ਬਾਈਕਾਟ ਵੀ ਕਰ ਰਹੀਆਂ ਨੇ, ਜੇ ਇਹ ਸਭ ਚੀਜ਼ ਹੋ ਜਾਂਦੀ ਹੈ, ਤੁਹਾਨੂੰ ਕੀ ਲੱਗਦਾ ਕਿ ਇਸ ਚੀਜ਼ ਦਾ ਅਸਰ ਮੋਬਾਈਲ ਰਿਪੇਅਰ ਜਾਂ ਹੋਰ ਐਕਸੈਸਰੀ ਜਾਂ ਹੋਰ ਕਿਸੇ ਚੀਜ਼ 'ਤੇ ਕਿਸ ਤਰ੍ਹਾਂ ਪਏਗਾ?
ਦੇਖੋ ਜੀ, ਸਭ ਤੋਂ ਪਹਿਲਾਂ ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ, ਤੁਸੀਂ ਕਹਿੰਦੇ ਵੀ ਨਿਰਯਾਤ ਜਾਂ ਨਿਰਯਾਤ, ਆਪਾਂ ਕਿਸੇ ਦੇਸ਼ ਨੂੰ ਕੋਈ ਸਮਾਨ ਦੇਣਾ ਜਾਂ ਕਿਸੇ ਦੇਸ਼ ਕੋਲ ਸਮਾਨ ਲੈਣਾ, ਇਹ ਦੋਨੋਂ ਮੁੱਦੇ ਇਕੱਠੇ ਨੇ। ਅਸੀਂ ਅਗਰ ਮੈਂ ਚਾਹਾਂ ਕਿ ਮੈਂ ਦੁਕਾਨ ਖੋਲ੍ਹ ਕੇ ਬੈਠਾ, ਮੈਂ ਮਾਲ ਪਰਚੇਜ਼ ਨਹੀਂ ਕਰਾਂ ਪਰ ਖਾਲੀ ਵੇਚੀ ਜਾਵਾਂਗਾ ਤਾਂ ਮੈਂ ਲਿਆਵਾਂਗਾ ਕਿੱਥੋਂ? ਠੀਕ ਹੈ ਜੀ, ਉਹਦੇ ਵਾਸਤੇ ਨੈਚੁਰਲੀ ਗੱਲ ਹੈ ਕਿ ਅਗਰ ਅਸੀਂ ਨਿਰਯਾਤ ਕਰਦੇ ਹਾਂ ਸਾਨੂੰ ਆਯਾਤ ਵੀ ਕਰਨਾ ਪਏਗਾ, ਆਯਾਤ ਕਰਦੇ ਹਾਂ ਤਾਂ ਨਿਰਯਾਤ ਵੀ ਕਰਨਾ ਪਏਗਾ। ਬਟ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸੇ ਵੀ ਕੰਟਰੀ ਤੋਂ ਅਸੀਂ ਜਿੱਥੋਂ ਸਾਨੂੰ ਸਸਤੀ ਚੀਜ਼ ਮਿਲੇ ਲਈਏ, ਬਟ ਉਹਦਾ ਫਾਇਦਾ ਸਾਡੇ ਅਗਰ ਇੰਡੀਅਨਸ ਨੂੰ ਹੋਵੇ ਤਾਂ ਉਹ 'ਚ ਕੋਈ ਨੁਕਸਾਨ ਨਹੀਂ ਹੈ ਨਿਰਯਾਤ ਜਾਂ ਆਯਾਤ ਕਰਨ ਦੇ ਵਿੱਚ। ਅਸੀਂ ਜਿੱਦਾਂ ਦੂਜੇ ਦੇਸ਼ਾਂ ਨੂੰ ਮਾਲ ਭੇਜਦੇ ਹਾਂ, ਸਾਨੂੰ ਦੂਜੇ ਦੇਸ਼ਾਂ ਤੋਂ ਮਾਲ ਲੈਣਾ ਵੀ ਕੋਈ ਵਰਗ ਨਹੀਂ, ਉਹ ਲੈਣਾ ਦੇਣਾ ਚੱਲਣਾ ਹੀ ਪਏਗਾ। ਇੱਕ ਧੰਦਾ ਇਹ ਵੀ ਬਿਜ਼ਨਸ ਹੈ, ਇੱਕ ਰੂਲ ਹੈ ਪ੍ਰਕਿਰਤੀ ਦਾ ਕਿ ਸਾਨੂੰ ਇਹਦਾ ਨਾਲ ਤੁਰਨਾ ਹੀ ਪੈਣਾ। ਕਰੋਨਾ ਵਾਇਰਸ ਦਾ ਜਿਹੜਾ ਫੈਲਾਅ ਹੈ ਉਸ ਨੂੰ ਦੇਖਦੇ ਹੋਏ ਚਾਈਨਾ ਦੀ ਕਿਤੇ ਨਾ ਕਿਤੇ ਇੱਕ ਨੈਗੇਟਿਵ ਇਮੇਜ ਤਾਂ ਬਣ ਹੀ ਗਈ ਹੈ ਨਾ ਸਾਰੇ ਪਾਸੇ। ਸਰ ਬਿਲਕੁਲ ਐਗਰੀ ਤੁਹਾਡੇ ਗੱਲ ਨਾਲ, ਨੈਗੇਟਿਵ ਇਮੇਜ ਬਣ ਗਈ ਬਿਲਕੁਲ। ਅੱਜ ਹਰ ਇੰਡੀਅਨ ਚਾਹੁੰਦਾ ਕਿ ਮੈਂ ਚਾਈਨਾ ਸਮਾਨ ਨਾ ਲਵਾਂ, ਪਰ ਆਪਸ਼ਨ ਅਗਰ ਮੈਂ ਚਾਹੁੰਦਾ ਕਿ ਭਾਜੀ ਮੇਰੇ ਮਾਰਕੀਟ ਵਿੱਚ 4 ਰੈਸਟੋਰੈਂਟ ਹੈ, 3 ਰੈਸਟੋਰੈਂਟ ਵਿਦੇਸ਼ੀ ਨੇ, ਮੈਂ ਉਹਨਾਂ ਕੋਲ ਨਹੀਂ ਖਾਣਾ ਚਾਹੁੰਦਾ, ਪਰ ਮੈਂ ਇਹ ਚਾਹਾਂਗਾ ਜਿਹੜਾ ਦੇਸੀ ਰੈਸਟੋਰੈਂਟ ਹੈ ਉਹਦੀ ਕੁਆਲਿਟੀ ਵੀ ਵਧੀਆ ਹੋਵੇ। ਅਗਰ ਦੇਸੀ ਰੈਸਟੋਰੈਂਟ ਵਾਲਾ ਮੈਨੂੰ ਵਧੀਆ ਕੁਆਲਿਟੀ ਦਾ ਫੂਡ ਸਪਲਾਈ ਕਰੇਗਾ ਤਾਂ ਮੈਂ ਨੈਚੁਰਲ ਗੱਲ ਹੈ ਮੈਂ ਬਾਹਰ ਨੂੰ ਛੱਡ ਕੇ ਆਪਣੇ ਦੇਸ਼ ਨੂੰ ਪ੍ਰੈਫਰ ਕਰਾਂਗਾ। ਮੈਂ ਇਹੀ ਚਾਹੁੰਦਾ, ਤੁਸੀਂ ਤੁਹਾਡੇ ਕਹਿੰਦਾ ਮਤਲਬ ਬਿਲਕੁਲ, ਅਸੀਂ ਆਯਾਤ ਅਗਰ ਨਿਰਯਾਤ ਨਹੀਂ ਕਰਦੇ ਤਾਂ ਅਗਰ ਇੰਡੀਆ ਦੇ ਵਿੱਚ ਇੰਡਸਟਰੀਆਂ ਲਾਉਂਦੇ ਤਾਂ ਉਹ ਇੱਕ ਦਿਨ ਦਾ ਕੰਮ ਨਹੀਂ ਹੈ। ਕਿਸੇ ਇੰਡਸਟਰੀ ਲਗਾਉਣ ਲਈ 6 ਮਹੀਨੇ ਸਾਲ ਦਾ ਵਕਫਾ ਲੱਗਦਾ। 1 ਸਾਲ ਲਈ ਅਸੀਂ ਕਿਸੇ ਬ੍ਰਾਂਡ ਨੂੰ ਸਟੈਂਡ ਕਰਨ ਲਈ ਟਾਈਮ ਲੱਗਦਾ, ਇਹ ਦਿਨਾਂ ਦੇ ਵਿੱਚ ਨਹੀਂ ਹੋ ਸਕਦਾ। ਤਾਂ ਸੋ ਅਸੀਂ ਕਹੀਏ ਜੀ ਇੱਕਦਮ ਹੀ ਚਾਈਨਾ ਬੈਨ ਕਰ ਦਿਆਂਗੇ ਜਾਂ ਚਾਈਨਾ ਨੂੰ ਬਾਈਕਾਟ ਕਰ ਦਾਂਗੇ, ਇਹ ਪੋਸੀਬਲ ਨਹੀਂ ਹੈ। ਜਾਂ ਅਸੀਂ ਕਿਸੇ ਦੂਜੇ ਦੇਸ਼ ਨੂੰ ਚੀਜ਼ ਨਹੀਂ ਭੇਜਾਂਗੇ, ਇਹ ਸੋ ਪੋਸੀਬਲ ਨਹੀਂ ਹੈਗਾ। ਅਸੀਂ ਜਿੱਦਾਂ ਕਿਸੇ ਦੇਸ਼ ਤੋਂ ਚੀਜ਼ ਮੰਗਾਣੀ ਹੈ ਉੱਦਾਂ ਭੇਜਣੀ ਹੈ, ਨੋਰਮਲ ਚੀਜ਼ਾਂ ਹੈਗੀਆਂ, ਇਹਨੂੰ ਚੱਲਣਾ ਹੀ ਪੈਣਾ। ਪਰ ਹਾਂ, ਅਸੀਂ ਇੱਕ ਸੋਚ ਅੱਜ ਲੈ ਕੇ ਤੁਰ ਸਕਦੇ ਹਾਂ ਕਿ ਅਸੀਂ ਜਿੰਨਾ ਹੋਵੇ ਵੱਧ ਤੋਂ ਵੱਧ ਆਪਣੇ ਭਾਈਚਾਰੇ ਨੂੰ ਸਪੋਰਟ ਕਰੀਏ, ਆਪਣੇ ਦੇਸ਼ ਨੂੰ ਸਪੋਰਟ ਕਰੀਏ, ਆਪਣੇ ਲੋਕਲ ਲੈਵਲ ਨੂੰ ਸਪੋਰਟ ਕਰੀਏ। ਅਸੀਂ ਜਿੰਨਾ ਉਹ ਕਰਾਂਗੇ, ਹੌਲੀ ਹੌਲੀ ਇਹ ਪ੍ਰੋਡਕਟ, ਇਹ ਚਾਈਨਾ, ਇਹ ਦੂਜੀਆਂ ਕੰਟਰੀ ਆਹਿਸਤਾ ਆਹਿਸਤਾ ਅਸੀਂ ਲੈਵਲ 'ਤੇ ਲੈ ਆਵਾਂਗੇ। ਪਰ ਇੱਕਦਮ ਕਿਸੇ ਚੀਜ਼ ਨੂੰ ਬੰਦ ਕਰਨਾ ਕੋਈ ਹੱਲ ਨਹੀਂ ਹੈ, ਔਰ ਮੈਨੂੰ ਨਹੀਂ ਲੱਗਦਾ ਕਿ ਬੰਦ ਕਰਕੇ ਅਸੀਂ ਸਰਵਾਈਵ ਕਰ ਸਕਾਂਗੇ। ਇਹ ਉਲਟਾ ਹੀ ਸਾਡੇ ਵਾਸਤੇ ਦਿੱਕਤ ਆਏਗੀ। ਜੇਕਰ ਗੱਲ ਕਰੀਏ ਜਿਹੜੀ ਮੋਬਾਈਲ ਇੰਡਸਟਰੀ ਹੈ, ਇਸ ਦੇ ਜਿਹੜੀਆਂ ਹੁਣ ਪ੍ਰੋਬਲਮਸ ਆਈਆਂ ਨੇ, ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਸਰਕਾਰ ਦੇ ਕੋਲੋਂ ਇੱਕ ਰਿਟੇਲਰ ਹੋਣ ਦੇ ਨਾਤੇ, ਇੱਕ ਮੋਬਾਈਲ ਦੇ ਟ੍ਰੇਡਰ ਹੋਣ ਦੇ ਨਾਤੇ, ਤੁਸੀਂ ਮੋਬਾਈਲ ਸੈਲ ਵੀ ਕਰਦੇ ਹੋ, ਤੁਸੀਂ ਮੰਗਵਾ ਕੇ ਡਿਸਟ੍ਰੀਬਿਊਟ ਵੀ ਕਰਦੇ ਹੋ, ਤੁਹਾਡੇ ਕੋਲ ਹਰ ਇੱਕ ਪਾਵਰ ਹੈਗੀ ਹੈ ਜਿਹੜੀ ਇਕੋਨਮੀ 'ਚ ਕਿਤੇ ਨਾ ਕਿਤੇ ਹੱਥ ਜ਼ਰੂਰ ਪਾਉਂਦੀ ਹੈ। ਕੀ ਮੰਗ ਰੱਖਦੇ ਹੋ ਸਰਕਾਰ ਕੋਲੋਂ, ਚਾਹੇ ਉਹ ਪੰਜਾਬ ਦੀ ਸਰਕਾਰ ਹੈ ਚਾਹੇ ਉਹ ਸੈਂਟਰ ਸਰਕਾਰ ਹੈ? ਮੈਂ ਜੀ, ਤੁਸੀਂ ਬਹੁਤ ਵਧੀਆ ਕੁਐਸਚਨ ਪੁੱਟ ਕੀਤਾ। ਬੇਸਿਕਲੀ ਸਾਰੇ ਰਿਟੇਲਰ ਔਰ ਜਿੰਨੇ ਵੀ ਹੈ ਸਾਰੇ, ਬਿਲਕੁਲ ਚਾਹੇ ਮੋਬਾਈਲ ਹੀ ਨਹੀਂ, ਹਰ ਲਾਈਨ ਦਾ ਇੱਕ ਬੰਦਾ ਚਾਹੁੰਦਾ ਕਿ ਗਵਰਨਮੈਂਟ ਸਾਨੂੰ ਸਪੋਰਟ ਦੇਵੇ। ਇਸ ਔਖੇ ਟਾਈਮ ਦੇ ਵਿੱਚ ਅਸੀਂ ਗਵਰਨਮੈਂਟ ਵੱਲ ਆਸ ਲਾ ਕੇ ਬੈਠੇ ਹਾਂ, ਕਿਉਂਕਿ ਸਾਡਾ ਜੋ ਕੁਛ ਹੈ, ਅਸੀਂ ਅੱਜ ਤੱਕ ਜੋ ਕੁਛ ਕਮਾਇਆ, ਅਸੀਂ ਜੋ ਟੈਕਸ ਅਰਨ ਕੀਤਾ ਕਰਕੇ ਗਵਰਨਮੈਂਟ ਦੇ ਘਰ 'ਚ ਹੀ ਪਾਇਆ। ਔਰ ਅਸੀਂ ਗਵਰਨਮੈਂਟ ਕੋਲੋਂ ਸਪੋਰਟ ਮੰਗਦੇ ਹਾਂ, ਕੋਈ ਦਾਨ ਨਹੀਂ ਮੰਗ ਰਹੇ। ਅਸੀਂ ਨਹੀਂ ਚਾਹੁੰਦੇ ਸਾਨੂੰ ਚਾਹਵੇ, ਅਸੀਂ ਚਾਹੁੰਦੇ ਗਵਰਨਮੈਂਟ ਸਾਨੂੰ ਸਪੋਰਟ ਦੇਵੇ। ਸਪੋਰਟ ਦੀ ਕੁਝ ਚੀਜ਼ਾਂ ਹੁੰਦੀਆਂ ਜਿਵੇਂ ਸਾਡੇ ਬਿਜ਼ਨਸ ਨੂੰ ਸਪੋਰਟ। ਅੱਜ ਦੇ ਟਾਈਮ 'ਚ ਅਸੀਂ ਅਗਰ ਬੈਂਕ ਤੋਂ ਵੀ ਲੋਨ ਲੈਣਾ ਹੋਵੇ, ਸਾਡੇ ਕਿਸੇ ਰਿਟੇਲਰ ਨੇ, ਕਿਸੇ ਦੁਕਾਨਦਾਰ ਨੇ, ਤੇ ਉਹ ਮੇਰੇ ਖਿਆਲ ਨਾਲ ਕਿ ਲੋਨ ਲੈਣਾ ਸਭ ਤੋਂ ਵੱਡੀ ਚੀਜ਼ ਸਾਡੇ ਵਾਸਤੇ ਹੈ ਕਿ ਅਸੀਂ ਫਾਰਮੈਲਿਟੀਆਂ ਨਹੀਂ ਪੂਰੀਆਂ ਕਰ ਸਕਦੇ। ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਸੇਲ ਟੈਕਸ, ਇਨਕਮ ਟੈਕਸ ਵਰਗੇ ਬੜੇ ਬ੍ਰਾਂਡ, GST, ਇਹਨਾਂ ਬੜੇ ਮਹਿਕਮਿਆਂ ਤੋਂ ਡਰ ਕੇ ਨਿਕਲਣਾ ਪੈਂਦਾ। ਅਸੀਂ ਚੰਗੇ ਭਲੇ ਦੁਕਾਨਦਾਰੀ ਹੋਣ ਦੇ ਬਾਵਜੂਦ ਵੀ ਦੁਕਾਨਦਾਰ ਡਰ ਦੇ ਮਾਹੌਲ 'ਚ ਰਹਿੰਦਾ, ਚੋਰੀ ਦੇ ਮਾਹੌਲ 'ਚ। ਦੁਕਾਨ ਤੋਂ ਮਾਲ ਨਾ ਚੋਰੀ ਹੋ ਜਾਵੇ, ਕੋਈ ਆ ਕੇ ਦੁਕਾਨ ਲੜਨਾ ਪਵੇ, ਕੋਈ ਸੇਲ ਟੈਕਸ, ਕੋਈ ਇਨਕਮ ਟੈਕਸ, ਕੋਈ ਮਤਲਬ ਇਹ ਚੀਜ਼ਾਂ ਹਰ ਕਿਸੇ ਨਾ ਕਿਸੇ ਚੀਜ਼ ਦਾ ਡਰ ਲੱਗਾ ਹੀ ਰਹਿੰਦਾ ਵੇ। ਅਸੀਂ ਚਾਹੁੰਦੇ ਹਾਂ ਗਵਰਨਮੈਂਟ ਸਾਨੂੰ ਇੱਕ ਵਧੀਆ ਮਾਹੌਲ। ਤੁਸੀਂ ਬੜੇ ਦਿਨ ਦਾ ਨੋਟ ਕੀਤਾ ਕਿ ਅੱਜ ਤੋਂ 2 ਸਾਲ ਹੋ ਗਏ, 2.5 ਸਾਲ ਹੋ ਗਏ, ਜਿਹੜਾ ਬੰਦਾ ਆ ਰਿਹਾ ਉਹ ਕੈਨੇਡਾ, ਅਮਰੀਕਾ ਜਾਣ ਦੀ ਤਿਆਰੀ ਕਰੇ। ਕਿਉਂ ਕਰਨਾ ਚਾਹੁੰਦਾ? ਕਿ ਉਹਨੂੰ ਆਪਣੇ ਦੇਸ਼ ਨਾਲ ਪਿਆਰ ਨਹੀਂ ਹੈ? ਹਰ ਬੰਦੇ ਨੂੰ ਪਿਆਰ ਹੈ, ਬਟ ਹਰ ਬੰਦਾ ਆਪਣੇ ਬੱਚੇ ਦੇ ਭੇਸ਼ ਇੱਥੋਂ ਛੱਡਣਾ ਚਾਹੁੰਦਾ। ਕਿਉਂ? ਕਿ ਸਾਨੂੰ ਉਮੀਦ ਹੈ ਕਿ ਸਾਡੀ ਗਵਰਨਮੈਂਟ ਸਾਡੇ ਤੇ ਕਰਜ਼ੀਆਂ ਕੁਛ ਨਹੀਂ ਪਈਆਂ। ਅਸੀਂ ਚਾਹੁੰਦੇ ਹਾਂ ਕਿ ਇਹ ਟਾਈਮ ਇੱਦਾਂ ਦਾ ਗਵਰਨਮੈਂਟ ਇਸ ਮਾਹੌਲ ਨੂੰ ਇੰਨੇ ਵਧੀਆ ਤਰੀਕੇ ਨਾਲ ਸਿਰਜੇ ਕਿ ਪੰਜਾਬ ਦੀਆਂ ਜਿਹੜੀਆਂ ਉਦਾਹਰਨਾਂ ਬਾਕੀ ਮੁਲਕ ਦੇ ਵਿੱਚ ਦਿੱਤੀਆਂ ਜਾਣ ਕਿ ਇਸ ਔਖੇ ਟਾਈਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਾਂ ਸਾਡੇ ਲੋਕਲ ਲੈਵਲ ਦੇ ਉੱਤੇ ਜਿਹੜੇ ਮਿਨਿਸਟਰ, ਉਹਨਾਂ ਨੇ ਜੋ ਸਾਡੇ ਪੰਜਾਬ ਵਾਸਤੇ ਕੀਤਾ, ਕਰਨ ਇੰਨਾ ਵਧੀਆ ਤਰੀਕਾ ਕਰਨ, ਸਾਡੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਣ, ਬਿਜਲੀ ਦੇ ਬਿੱਲਾਂ ਦਾ ਸਾਡਾ ਧਿਆਨ ਰੱਖਿਆ ਜਾਵੇ। ਔਰ ਇੱਦਾਂ ਦੇ ਕੁਝ ਕਰਨ ਕਿ ਮਾਹੌਲ ਇੱਦਾਂ ਵਧੀਆ ਹੋ ਕਿ ਸਾਰੇ ਦੇਸ਼ ਨੂੰ ਮਾਹੌਲ ਇਸ ਚੀਜ਼ ਦੀ ਉਦਾਹਰਨ ਦਿੱਤੀ ਜਾਵੇ ਕਿ ਜੋ ਪੰਜਾਬ ਨੇ ਕਰੋਨਾ ਨਾਲ ਲੜ ਕੇ ਦਿਖਾਤਾ, ਸ਼ਾਇਦ ਉਹ ਪੂਰੇ ਦੇਸ਼ 'ਚ ਕੋਈ ਵੀ ਨਹੀਂ ਕਰ ਸਕਦਾ। ਤੇ ਮੈਨੂੰ ਬਹੁਤ ਖੁਸ਼ੀ ਹੋਏਗੀ ਇਸ ਚੀਜ਼ ਬਾਰੇ। ਬਹੁਤ ਧੰਨਵਾਦ ਨਰਿੰਦਰ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਨੂੰ ਦਿੱਤਾ, ਤੇ ਜੋ ਤੁਹਾਡੇ ਇਸ ਇੰਡਸਟਰੀ ਦੇ ਵਿੱਚ ਪ੍ਰੋਬਲਮਸ ਆਈਆਂ ਉਹਦਾ ਵੀ ਤੁਸੀਂ ਡਿਸਕਸ਼ਨ ਕੀਤਾ, ਤੇ ਨਾਲ ਜਿਹੜੀ ਸਰਕਾਰ ਕੋਲ ਮੰਗ ਰੱਖੀ ਹੈ, ਉਮੀਦ ਹੈ ਉਹ ਬਹੁਤ ਛੇਤੀ ਤੁਹਾਡੀ ਜਿਹੜੀ ਪੂਰੀ ਹੋਏਗੀ, ਤੁਹਾਡੀ ਜਿਹੜੀਆਂ ਮੁਸ਼ਕਿਲਾਂ ਨੇ ਉਹ ਸੌਖੀਆਂ ਹੋਣਗੀਆਂ। ਥੈਂਕ ਯੂ ਜੀ, ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਦੈਨਿਕ ਸਵੇਰਾ ਟੀਮ ਦਾ ਕਿ ਤੁਸੀਂ ਮੇਰੀ ਗੱਲ ਮੇਰੇ ਘਰ ਬੈਠ ਕੇ ਮੇਰੀ ਗਵਰਨਮੈਂਟ ਕੋਲ, ਮੇਰੀ ਹਰ ਆਮ ਬੰਦੇ ਦੀ ਇੰਨੀ ਅਪਰੋਚ ਨਹੀਂ ਹੁੰਦੀ ਕਿ ਗਵਰਨਮੈਂਟ ਤੱਕ ਇੱਥੋਂ ਆਪਣੀ ਗੱਲ ਪਹੁੰਚਾ ਸਕੇ। ਇਹਦੇ ਲਈ ਮੈਂ ਮੀਡੀਆ ਦਾ ਬੜਾ ਧੰਨਵਾਦੀ ਹਾਂ ਕਿ ਇਸ ਔਖੇ ਦੌਰ ਦੇ ਵਿੱਚ COVID-19 ਜਦੋਂ ਸਾਰੇ ਦੇਸ਼ ਦੇ ਵਿੱਚ ਫੈਲਿਆ ਪਿਆ, ਪੂਰੇ ਵਰਲਡ ਦੇ ਵਿੱਚ ਜਿਹਨੇ ਪ੍ਰੇਸ਼ਾਨ ਕੀਤਾ ਪਿਆ, ਉਦੋਂ ਇੱਕ ਪੁਲਿਸ ਔਰ ਇੱਕ ਸਾਡਾ ਜਰਨਲਿਸਟ ਭਾਈਚਾਰਾ, ਇਹ ਦੋ ਤੇ ਇੱਕ ਜਿਹੜੇ ਡਾਕਟਰ ਸਾਡੇ, ਅਸੀਂ ਤਿੰਨਾਂ ਦਾ ਬੜੇ ਸ਼ੁਕਰਗੁਜ਼ਾਰ ਹੈਗੇ ਹਾਂ। ਅਸੀਂ ਪ੍ਰਮਾਤਮਾ ਵਾਸਤੇ, ਤੁਹਾਡੇ ਤਿੰਨਾਂ ਵਾਸਤੇ
ਡਾਕਟਰਸ ਵਾਸਤੇ, ਪੁਲਿਸ ਵਾਸਤੇ ਔਰ ਤੁਹਾਡੇ ਪੱਤਰਕਾਰ ਭਰਾਵਾਂ ਵਾਸਤੇ ਅਸੀਂ ਸਿਹਤਯਾਬੀ ਦੀ ਉਮੀਦ ਕਰਦੇ ਹਾਂ। ਵਾਹਿਗੁਰੂ ਕਰੇ ਕਿ ਤੁਸੀਂ ਸਾਰੇ ਤਰੱਕੀਆਂ ਕਰੋ ਔਰ ਸਾਡੇ ਦੇਸ਼ ਦੀ ਇੱਦਾਂ ਹੀ ਸੇਵਾ ਕਰਦੇ ਰਹੋ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਦੈਨਿਕ ਸਵੇਰਾ ਟੀਮ ਤੇ ਸਾਰੇ ਆਪਣੇ ਪੰਜਾਬੀਆਂ ਦਾ। ਥੈਂਕ ਯੂ। ਸੋ ਇਸ ਨਾਲ ਸਾਡਾ ਨਰਿੰਦਰਪਾਲ ਜੋ ਕਿ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਮੋਬਾਈਲ ਇੰਡਸਟਰੀ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਈਆਂ ਨੇ, ਮੋਬਾਈਲ ਦੀ ਵਿਕਰੀ ਦੇ ਵਿੱਚ ਪ੍ਰੋਬਲਮ ਆਈਆਂ, ਬਹੁਤ ਸਾਰੇ ਲੋਕਾਂ ਨੂੰ ਲੋੜ ਸੀ ਮੋਬਾਈਲ ਦੀ ਇਹਨਾਂ ਟਾਈਮਾਂ ਦੇ ਵਿੱਚ, ਪਰ ਉਹ ਮੋਬਾਈਲ ਉਹਨਾਂ ਤੱਕ ਨਹੀਂ ਪਹੁੰਚ ਪਾਏ। ਨਾਲ ਹੀ ਨਾਲ ਬਹੁਤ ਸਾਰੇ ਸਟੂਡੈਂਟ ਸੀਗੇ ਜਿਹੜੇ ਆਨਲਾਈਨ ਸਟੱਡੀਜ਼ ਕਰਨਾ ਚਾਹੁੰਦੇ ਸੀ, ਬਟ ਕਿਸੇ ਨਾ ਕਿਸੇ ਪੱਖੋਂ ਉਹ ਪਿਛੜ ਗਏ ਨੇ ਇਹਨਾਂ ਚੀਜ਼ਾਂ ਤੋਂ। ਤੇ ਨਾਲ ਹੀ ਨਾਲ ਇਹਨਾਂ ਸਰਕਾਰ ਤੋਂ ਮੰਗ ਇਹ ਵੀ ਕੀਤੀ ਹੈ ਕਿ ਕੁਝ ਹੱਦ ਤੱਕ ਕੁਝ ਅਜਿਹਾ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਜੋ ਕਿ ਇੱਕ ਮਿਸਾਲ ਬਣੇ ਸਾਰੀ ਸਟੇਟਸ ਦੇ ਲਈ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ, ਇੱਕ ਅੱਛੇ ਤਰੀਕੇ ਦੇ ਨਾਲ ਕਰੋਨਾ ਫਾਈਟ ਕੀਤੀ ਗਈ ਹੈ। ਕੈਮਰਾ ਪਰਸਨ ਸੁਖਵਿੰਦਰ ਸਿੰਘ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ ਟੀਵੀ, ਜਲੰਧਰ।